बस इन्नी गल तो इन्हों की कोई अनबन हुई है तो लड़ पे आ। उसी गल नूं रफा दफा कर मैं बेटे अपने क्या मैं जा यार इन्हें दोवें सुलह करा इन्हें दानिया ने रहना नहीं इनके बिना। बेटा मेरा कहता अबू जी दानियल उत्ते गया है, शर्ट नहीं उन्हें पाई। भाई जी कमरे गया ने तो एकदम ठा दी आवाज़ आई है, वो सारे असी फिर भज के उत्ते गए हैं। कोई 7 लाख मंग रहा, कोई कह रहा कि 1.5 करोड़ लेना, कोई कहता करोड़ लेना। सौदेबाजी हो रही है। ਤੁਹਾਨੂੰ ਕਿਤੇ ਇਹ ਤੇ ਨਹੀਂ ਲੱਗਦਾ ਕਿ ਜੀ ਵਿਕਾਸ ਨੂੰ ਵੀ ਨਾਸਰ ਨੇ ਕਤਲ ਕਰਕੇ ਤੇ ਇਹ ਸਾਰਾ ਉਹ ਖੇਲ ਰਚਾਇਆ ਹੋਇਆ। हो सकता है जी दोवां दे मगे इन्हीं काम किया होवे। अस्सलाम वालेकुम नाज़रीन, मैं हूं एडी मलिक। बचपन की दोस्ती आखिरकार खूनी रिश्तों में क्यों बदल गई? वकास और दानियाल जो कि तकरीबन 12 साल से एक दूसरे के बगैर रह नहीं पाते थे, एक मामूली से तनाज़े की वजह से एक की लाश वीराने से मिलती है और दूसरा अपने आप को गोली मारकर ज़िंदगी का ख़ात्मा कर लेता है। मेरे साथ दानियाल के वालिदैन मौजूद हैं। जब बेटा जवानी में चला जाता है तो यकीनन माँ बाप के लिए ख़ुद को संभालना इंतहाई मुश्किल होता है। इन वालिदैन की आंखों से आंसू आप देख रहे होंगे, लेकिन इनके लिए सबसे बड़ा जो मुश्किल का वक्त वो था जब बेटे को इन्होंने मुर्दा हालत में देखा, और उससे भी बढ़कर एक और बुरा वक्त इन पर आन पड़ा है कि एक बेटा इनका कब्र में चला गया और दूसरे को हवालात में बंद करवा दिया गया। सारी कहानी जानने की कोशिश करेंगे और आपके सामने हकायक भी रखेंगे कि आखिरकार ऐसी क्या वजह थी कि दोनों दोस्त मिनटों में इस दुनिया फ़ानी से कूच कर गए। अंकल जी मुझे बताएं कि वकास ते दानियाल दी दोस्ती कदों तो हैगी सी? 10-12 साल तो की काम करते सी दोनों? पार्लर बनाया असी हेयर कटर का। अच्छा, ਉਹ ਦੋਵੇਂ ਇਕੱਠੇ ਕੰਮ ਕਰਦੇ ਸੀ? ਦੋਵੇਂ ਇਕੱਠੇ ਕੰਮ ਕਰਦੇ ਸੀ। ਆਪਸ ਦੇ ਵਿੱਚ ਰਿਸ਼ਤੇਦਾਰ ਵੀ ਨੇ? ਹਾਂਜੀ ਰਿਸ਼ਤੇਦਾਰੀ ਵੀ ਸੀ। ਔਰ ਮੇਰੀ ਬਹੂ ਹੈ ਉਹਦੀ ਭਰਜਾਈ ਦਾ ਭਰਾ ਸੀ ਵਿਕਾਸ। ਅੱਛਾ ਅੰਕਲ ਜੀ ਬਚਪਨ ਤੋਂ ਇਕੱਠੇ ਸੀ, ਵਿਕਾਸ ਵੀ ਦਾਨਿਆਲ ਵੀ, ਕੰਮ ਵੀ ਇਕੱਠੇ ਕਰਦੇ ਸੀ, ਇਕੱਠੇ ਵੱਡੇ ਹੋਏ ਸੀ, ਜਵਾਨ ਹੋਏ ਸੀ, ਲੇਕਿਨ ਇਹ ਸਾਰੀ ਜਿਹੜੀ ਰੰਜਿਸ਼ ਇੱਕ ਦੂਸਰੇ ਦੀ ਜਾਨਲੇਵਾ ਹੋ ਗਈ, ਇਹ ਕਿਸ ਤਰ੍ਹਾਂ ਹੋ ਪੈਦਾ ਹੋ ਗਿਆ ਉਹਨਾਂ ਦੇ ਦਿਲ ਦੇ ਵਿੱਚ ਕਿ ਜੀ ਅਸੀਂ ਹੁਣ ਇੱਕ ਦੂਸਰੇ ਨੂੰ ਖਤਮ ਕਰ ਦੇਣਾ? ਇਹ ਇਸ ਗੱਲ ਦਾ ਸਾਨੂੰ ਪਤਾ ਹੀ ਨਹੀਂਗਾ। ਇਹ ਉਦੋਂ ਤਕਰੀਬਨ ਈਦੋਂ ਦੂਸਰੇ ਦਿਨ ਦੀ ਗੱਲ ਹੈ। ਉਸ ਵਕਤ ਇਹਨਾਂ ਦੀ ਲੜਾਈ ਹੋਈ ਹੈ। ਕੋਈ ਪੈਸੇ ਦੇ ਮਗਰ ਇਹਨੇ ਈਦ ਇਹਨਾਂ ਕਮਾਈ ਹੈ, ਈਦ ਕਮਾਈ ਤੋਂ ਪੈਸੇ ਗੱਲੇ ਜੇ ਤੇ ਇਹਨੇ ਪੈਸੇ ਗੱਲੇ ਜੋ ਕੱਢੇ। ਕਿਹਨੇ ਕੱਢੇ? ਵਿਕਾਸ ਨੇ। ਵਿਕਾਸ ਨੇ ਤੇ ਉਹ ਦਾਨੀਅਲ ਨੇ ਕਿਹਾ ਕਿ ਬਗੈਰ ਦੱਸਿਓ ਨੇ ਪੈਸੇ ਲੈ ਲਏ ਤੇ ਇਹਨਾਂ ਦੀ ਆਪਸ 'ਚ ਬੋਲਚਾਲ ਹੋ ਗਈ। ਇਹਨੇ ਕਿਹਾ ਯਾਰ ਤੂੰ ਕਿਉਂ ਮਕੇ ਪੈਸੇ ਕੱਢੇ ਨੇ ਗੱਲੇ 'ਚੋਂ? ਤੂੰ ਮੈਂ ਤੇਰੇ ਤੋਂ ਕਦੀ ਚੀਜ਼ ਲੁਕਾਈ ਹੈ ਕਦੀ? ਤੂੰ ਜਿਹੜੇ ਜਿੰਨੇ ਪੈਸੇ ਚਾਹੀਦੇ ਤੂੰ ਮੇਰੇ ਕੋਲ ਮੈਨੂੰ ਦੱਸ ਦੇ ਤੇ ਮੈਂ ਤੈਨੂੰ ਦੇ ਦਿੰਦਾ। ਇੰਜ ਅੱਛਾ ਨਹੀਂ ਲੱਗਦਾ ਹੈਗਾ। ਪਰ ਮੈਂ ਜਿਹੜੇ ਕੱਪੜੇ ਲੈਣਾ ਮੈਂ ਤੇਰੇ ਵਾਸਤੇ ਲੈਣਾ, ਜੁੱਤੀ ਲੈਣਾ ਤੇਰੇ ਵਾਸਤੇ ਲੈਣਾ, ਖਾਣਾ ਖਾਣੇ ਤੇ ਮੈਂ ਵੀ ਤੈਨੂੰ ਆਪਣੇ ਕੋਲੋਂ ਖਵਾਉਣਾ ਵਾ ਤੇ ਤੈਨੂੰ ਪੈਸੇ ਕੱਢਣ ਦਾ ਕੀ ਮਗੇ? ਬਸ ਇੰਨੀ ਗੱਲ ਤੋਂ ਇਹਨਾਂ ਦੀ ਕੋਈ ਉਹ ਅਣਬਣ ਹੋਈ ਹੈ ਤੇ ਉਹ ਲੜ ਪਏ ਆ ਤੇ ਉਹ ਬਾਅਦ 'ਚ ਇਹਨਾਂ ਦੇ ਭੈਣ ਆਈ ਹੈ, ਭਣਵਈਆ ਆਇਆ ਤੇ ਫੁੱਫੀ ਆਈ ਹੈ। ਉਹ ਆ ਕੇ ਦਾਨੀਅਲ ਘਰ ਆ ਗਿਆ, ਉਹਨੇ ਇਹਨਾਂ ਮਾਰਿਆ। ਔਰ ਮੇਰੇ ਕੋਲ ਹੈ ਮਗਰ ਜਿਹੜਾ ਦਾਨੀਅਲ ਨੂੰ ਮਾਰਿਆ ਉਹਦੀ ਮਗਰ ਮੇਰੇ ਕੋਲ ਤਸਵੀਰ ਵੀ ਹੈਗੀ ਹੈ। ਇਹਦੇ ਸਾਰੇ ਮਗੇ ਨਾ ਉਹਨੂੰ ਚੰਗੇ ਨੱਕ ਦੇ ਚੱਕ ਵੱਡੇ ਆ। ਔਰ ਮੈਂ ਜਾ ਕੇ ਉਹਦਾ ਮੈਡੀਕਲ ਵੀ ਕਰਾਇਆ। ਫਿਰ ਮੈਂ ਕਿਹਾ ਨਹੀਂ ਮਗਰ ਕਾਰਵਾਈ ਨਹੀਂ ਤੁਸੀਂ ਕਰਵਾਈ? ਕਾਰਵਾਈ ਨਹੀਂ ਮੈਂ ਕੀਤੀ। ਤੁਸੀਂ ਗੱਲ ਨੂੰ ਰਫਾ ਦਫਾ ਕਰ ਮੈਂ ਬੇਟੇ ਆਪਣੇ ਨੂੰ ਕਿਹਾ ਮੈਂ ਕਿਹਾ ਜਾ ਯਾਰ ਇਹਨਾਂ ਦੋਵੇਂ ਸੁਲ੍ਹਾ ਕਰਾ। ਮੇਰੇ ਇਹਨੇ ਦਾਨੀਅਲ ਨੇ ਰਹਿਣਾ ਨਹੀਂ ਇਹਦੇ ਬਿਨਾ। ਗਿਆ ਹੈ ਮੇਰਾ ਬੇਟਾ ਸਾਜਦ ਉਹਨਾਂ ਦੇ ਘਰ ਔਰ ਦਾਨੀਅਲ ਵੀ ਨਾਲ ਲੈ ਗਿਆ ਤੇ ਜਾ ਕੇ ਤੇ ਇਹਨਾਂ ਦੋਵਾਂ ਦੀ ਉਹ ਅੱਗੋਂ ਵਿਕਾਸ ਉਸੇ ਟਾਈਮ ਉੱਠ ਪਿਆ। ਉੱਠ ਕੇ ਤੇ ਦੋਵਾਂ ਨੇ ਜੱਫੀ ਪਾ ਲਈ ਤੇ ਫਿਰ ਬੇਟਾ ਮੇਰਾ ਵੱਡਾ ਜਿਹੜਾ ਉਹਨੂੰ ਘਰ ਲਿਆਇਆ ਤੇ ਫਿਰ ਤੇ ਇਹ ਜਿਹੜਾ ਵਿਕਾਸ ਇਹ ਕੰਮ ਤੇ ਨਹੀਂ ਜਾਂਦਾ ਸੀ ਉਹਦੇ ਨਾਲ। ਇਹਨੇ ਇੱਕ ਦੋ ਦਾ ਸੁਨੇਹਾ ਵੀ ਕੱਲੇ ਕਿ ਕੰਮ ਦੇ ਆ ਪਰ ਉਹਨੇ ਨਹੀਂ ਕੰਮ ਇੱਕ ਦੂਸਰੇ ਤੋਂ ਬਗੈਰ ਰਹਿੰਦੇ ਨਹੀਂ ਸੀ ਇਸ ਲਈ। ਹਾਂ ਕੰਮ ਦੇ। ਫਿਰ ਤਕਰੀਬਨ ਹਫ਼ਤੇ ਕੁ ਬਾਅਦ ਵਿਕਾਸ ਆਇਆ ਸਾਡੀ ਗਲੀ ਦੇ ਵਿੱਚ। ਗਲੀ 'ਚ ਆਇਆ ਤੇ ਉਹਨੇ ਫੋਨ ਕੀਤਾ ਤੇ ਉਹਨੂੰ ਬੁਲਾ ਲਿਆ।
ਵਿਕਾਸ ਚਲਾ ਗਿਆ। ਉਦੋਂ 2 ਮਿੰਟ ਬਾਅਦ ਮੇਰਾ ਬੇਟਾ ਇਥੋਂ ਸ਼ਰਟ ਪਾ ਕੱਪੜੇ ਪਾ ਕੇ ਤੇ ਉਹਦੇ ਪਿੱਛੇ ਚਲਾ ਗਿਆ। ਇਹ ਉਸੇ ਦਿਨ ਹੀ ਜਿਸ ਦਿਨ ਇਹ ਸਾਰਾ ਬਕੂਆ ਹੋਇਆ। ਹਾਂਜੀ ਉਸੇ ਦਿਨ ਉਦੋਂ ਇਹ ਵਾਕਿਆ ਹੈਗਾ ਕਿ ਤਕਰੀਬਨ ਕੋਈ 12:15 ਕਿ 12:30 ਵਜੇ ਦਾ ਟਾਈਮ ਹੈ, ਦੁਪਹਿਰ ਦਾ ਜਦੋਂ ਗਿਆ ਹੈ। ਤੇ ਤੁਹਾਨੂੰ ਕੁਝ ਦੱਸ ਕੇ ਗਿਆ ਕਿ ਮੈਂ ਕਿੱਥੇ ਜਾ ਰਿਹਾ? ਨਹੀਂ ਦੱਸ ਕੇ ਨਹੀਂ ਨਾ ਸੀ ਰਹੇ। ਉਹਨੂੰ ਪੁੱਛਿਆ ਕਿ ਪੁੱਤਰ ਰੋਟੀ ਛੋਟੀ ਖਾ ਕੇ ਜਾ, ਤੇ ਕਹਿੰਦਾ ਨਹੀਂ ਅੱਬੂ ਮੈਂ ਘੰਟੇ ਬਾਅਦ ਆ ਜਾਣਾ। ਘੰਟੇ 1.5 ਘੰਟੇ ਬਾਅਦ ਜੋ ਮੈਂ ਕਿ ਦਾਨੀਅਲ ਘਰ ਆਇਆ ਘਰ ਉਹਨੇ ਕਾਲਾ ਜਿਹਾ ਬੈਗ ਪਾਇਆ ਤੇ ਭੱਜ ਕੇ ਉੱਤੇ ਚੜ ਗਿਆ ਤੇ ਅਸੀਂ ਬੇਟੇ ਮੈਂ ਆਪਣੇ ਨੂੰ ਕਿਹਾ, ਬੇਟਾ ਮੇਰਾ ਕਹਿੰਦਾ ਅੱਬੂ ਜੀ ਦਾਨੀਅਲ ਉੱਤੇ ਗਿਆ ਹੈ, ਸ਼ਰਟ ਨਹੀਂ ਉਹਨੇ ਪਾਈ। ਤੇ ਮੈਂ ਕਿਹਾ ਪੁੱਤਰ ਵੇਖੋ, ਮੈਂ ਕਿਹਾ ਉੱਤੇ ਕੀ ਕਰਨ ਗਿਆ ਹੈ? ਤੇ ਉਹ ਭਾਈ ਦੇ ਕਮਰੇ 'ਚ ਉੱਤੇ ਗਏ ਨੇ। ਭਾਈ ਜੀ ਕਮਰੇ ਗਏ ਨੇ ਤੇ ਉੱਤੋਂ ਇੱਕਦਮ ਠਾਹ ਦੀ ਆਵਾਜ਼ ਆਈ ਹੈ। ਉਹ ਸਾਰੇ ਅਸੀਂ ਫਿਰ ਭੱਜ ਕੇ ਉੱਤੇ ਗਏ ਹਾਂ ਤੇ ਸਾਰੇ ਮਹੱਲੇਦਾਰ ਵੀ ਸਾਡੇ ਸਾਰੇ ਦਵਾ ਸਾਰੇ ਉੱਤੇ ਗਏ ਨੇ। ਤੇ ਉਦੋਂ ਮਗਰ ਖੂਨ ਦੇ ਵਿੱਚ ਲਗਭਗ ਤੇ ਖੂਨ ਸਾਰਾ ਮਗਰ ਨਿਕਲ ਚੁੱਕਾ ਸੀ। ਦਾਨੀਅਲ ਜਦੋਂ ਬਗੈਰ ਸ਼ਰਟ ਤੋਂ ਘਰ ਵਾਪਸ ਆਇਆ ਸੀ, ਤੁਸੀਂ ਦੇਖਿਆ ਸੀ ਕਿ ਉਹਦੀ ਹਾਲਤ ਕਿਸ ਤਰ੍ਹਾਂ ਦੀ ਸੀ? ਕੋਈ ਲੜ ਕੇ ਕਿਸੇ ਦੇ ਨਾਲ ਆਇਆ ਸੀ? ਅਸੀਂ ਨਹੀਂ ਦੇਖਿਆ ਹੀ ਨਹੀਂ ਗਾ। ਜਦੋਂ ਮਗਰ ਸਿਰਫ ਇਹ ਬੱਚੇ ਨੇ ਵੇਖਿਆ ਬਸ ਜਦੋਂ ਉੱਤੇ ਗਿਆ ਹੈ ਸ਼ਰਟ ਤੋਂ ਬਗੈਰ। ਤੇ ਉਦੋਂ ਮਗੇ ਬਾਅਦ ਫਿਰ ਅਸੀਂ ਜਦੋਂ ਉੱਤੇ ਕਾਹਰ ਕੋ 2 ਮਿੰਟ ਲੱਗਦੇ ਹੀ ਨਾ ਜਾਂਦਿਆਂ, ਜਦੋਂ ਗਏ ਸੀ ਉੱਤੇ ਉਦੋਂ ਇੱਕਦਮ ਮਗੇ ਜਾਂਦੇ ਰਾਹ 'ਚ ਮਗੇ ਆਵਾਜ਼ ਆ ਗਈ ਇਹਨੂੰ ਕਿ ਠਾ ਹੋ ਗਈ। ਫਿਰ ਅਸੀਂ ਭੱਜ ਗਏ, ਬੱਚੇ ਰੋਟੀ ਖਾਂਦੇ ਪਏ, ਭੱਜ ਕੇ ਹੀ ਉੱਤੇ ਚਲੇ ਗਏ। ਫਿਰ ਬੇਟਾ ਮੇਰਾ ਅੰਦਰ ਜਿਹੜਾ ਬਲਾਵਲ ਉਹਨੇ ਫਿਰ ਉਹਨੂੰ ਚੁੱਕਿਆ, ਪੂਰੀ ਹਸਪੀਟਲ ਲੈ ਗਏ। ਹਾਂ ਉਹ ਬੇਟਾ ਮੇਰਾ ਦਾਨਿਸ਼ ਤੇ ਬਲਾਵਲ ਇਹ ਹਸਪੀਟਲ ਲੈ ਕੇ ਗਏ ਨੇ। ਹਸਪੀਟਲ ਜਾ ਕੇ ਅੱਲਾ ਨੂੰ ਪਿਆਰਾ ਹੋ ਗਿਆ। ਹਸਪੀਟਲ ਜਾ ਕੇ ਉਹਨਾਂ ਜਾ ਕੇ ਉੱਥੇ ਗਲ ਦੇ ਵਿੱਚ ਨਾਲੀ ਜੀ ਪਾਈ ਹੈ, ਨਾਲੀ ਪਾ ਕੇ ਤੇ ਉਹਨਾਂ ਪੁਸ਼ ਕੀਤਾ ਤੇ ਕੋਈ ਨਹੀਂ ਮਕੇ ਉਹ ਦਾਨੀਅਲ ਦੀ ਤੇ ਖਤਮ ਹੋ ਗਈ ਨਾ ਹਾਂਜੀ ਕਹਾਣੀ। ਖਤਮ ਹੋ ਗਿਆ ਸੀ। ਲੇਕਿਨ ਵਿਕਾਸ ਦੀ ਲਾਸ਼ ਕਿਸ ਜਗ੍ਹਾ ਤੋਂ ਮਿਲੀ ਸੀ? ਉੱਥੋਂ ਕੋਈ ਆਲਾ ਕਤਲ ਬਰਾਮਦ ਹੋਇਆ ਜਾਂ ਉਸੇ ਜਗ੍ਹਾ ਤੇ ਵਿਕਾਸ ਜਿਸ ਜਗ੍ਹਾ ਤੋਂ ਵਿਕਾਸ ਦੀ ਲਾਸ਼ ਮਿਲੀ ਹੈ ਉੱਥੇ ਹੀ ਉਹਨੂੰ ਮਾਰਿਆ ਗਿਆ ਸੀ? ਅਸੀਂ ਤੇ ਜਦੋਂ ਮੈਨੂੰ ਫੋਨ ਆਇਆ ਨਾ, ਮੈਂ ਉਹਨਾਂ ਮੇਰੇ ਬੇਟਾ ਨਾ ਜਿਹੜਾ ਦਾਨੀਅਲ ਉਹਦੀ ਉੱਥੇ ਮੋਟਰਸਾਈਕਲ ਸੀ। ਕਿਸ ਜਗ੍ਹਾ ਤੇ? ਉੱਥੇ ਪੈਲੀਆਂ 'ਚ ਉਹ ਪੁਲਿਸ ਚੌਂਕੀ ਹੈ ਜਿਹੜੀ ਪੰਜਾਬ ਸੁਸਾਇਟੀ ਪੰਜਾਬ ਸਟੇਟ ਪੁਲਿਸ ਚੌਂਕੀ ਦੇ ਸਾਹਮਣੇ ਨਾ ਪੈਲੀਆਂ ਨੇ। ਅੱਛਾ, ਪੈਲੀਆਂ ਤੇ ਉੱਥੇ ਬੇਟੇ ਮੇਰੇ ਦੀ ਮੋਟਰਸਾਈਕਲ ਸੀ। ਠੀਕ ਹੈ, ਜਿਹੜੀ ਦਾਨੀਅਲ ਘਰੋਂ ਲੈ ਕੇ ਗਿਆ ਸੀ? ਜਿਹੜੀ ਦਾਨੀਅਲ ਘਰੋਂ ਲੈ ਕੇ ਗਿਆ ਸੀ ਉਹ ਮੋਟਰਸਾਈਕਲ ਸੀ। ਤੇ ਉਹ ਜਦੋਂ ਕਿਤੇ ਆਪਸ 'ਚ ਬੋਲੇ ਨੇ ਉਹਨੂੰ ਫੈਰ ਵੱਜਾ ਤੇ ਇਹ ਦਾਨੀਅਲ ਮੋਟਰਸਾਈਕਲ ਉੱਥੇ ਛੱਡ ਆਇਆ। ਤੇ ਮੈਂ ਇੱਥੋਂ ਆਇਆ ਜਦੋਂ ਤੇ ਇੱਕਦਮ ਭੱਜ ਕੇ ਉੱਤੇ ਚੜ ਗਿਆ ਤੇ ਸਾਨੂੰ ਇਸ ਗੱਲ ਦਾ। ਦਾਨੀਅਲ ਦੇ ਕੋਲ ਜਿਹੜਾ ਪਿਸਟਲ ਸੀ, ਤੁਹਾਨੂੰ ਪਤਾ ਸੀ ਕਿ ਉਹਦੇ ਕੋਲ ਪਿਸਟਲ ਹੈ? ਨਹੀਂ ਜੀ, ਪਿਸਟਲ ਅਗਰ ਤੁਹਾਨੂੰ ਪਤਾ ਮਾਂ-ਬਾਪ ਨੂੰ ਪਤਾ ਹੋਵੇ ਤੇ ਮਾਂ-ਬਾਪ ਕਦੀ ਇਹੋ ਜਿਹੇ ਕੰਮ ਫਿਰ ਬੱਚਿਆਂ ਨੂੰ ਕਾਬੂ ਕਰ ਲੈਂਦਾ। ਹੁਣ ਇੱਕ ਬੇਟਾ ਤੁਹਾਡਾ ਜਿਹੜਾ ਹੈਗਾ ਨਾ ਉਹ ਤੇ ਦੁਨੀਆ ਤੋਂ ਚਲਾ ਗਿਆ, ਦੂਸਰੇ ਨੂੰ ਕਤਲ ਦੇ ਮੁਕੱਦਮੇ ਦੇ ਵਿੱਚ ਅੰਦਰ ਕਰਵਾ ਦਿੱਤਾ, ਉਹ ਕੀ ਵਜ੍ਹਾ ਹੈਗੀ ਹੈ? ਸਰ ਉਹਨਾਂ ਬੇਟੇ ਮੇਰੇ ਨੂੰ ਅੰਦਰ ਕਰਾਏ ਤੇ ਉਹ ਪੈਸੇ ਕੋਈ ਸਾਡੇ ਕੋਲ ਲੱਖ ਰੁਪਇਆ ਮੰਗ ਰਿਹਾ, ਕੋਈ 7 ਲੱਖ ਮੰਗ ਰਿਹਾ, ਕੋਈ ਕਹਿ ਰਿਹਾ ਕਿ 1.5 ਕਰੋੜ ਲੈਣਾ, ਕੋਈ ਕਹਿੰਦਾ ਕਰੋੜ ਲੈਣਾ। ਇਹ ਸੌਦੇਬਾਜ਼ੀ ਹੋ ਰਹੀ ਹੈ। ਕੌਣ ਮੰਗਦਾ ਪਿਆ ਪੈਸੇ? ਇਹ ਅਸੀਂ ਲੋਕਾਂ ਕੋਲ ਸੁਣਨੇ ਪਏ ਖਵਾਵਾਂ ਕਿ ਉਹ ਇੰਜ ਕਹਿੰਦੇ ਨੇ, ਲੋਕੀ ਦੱਸਦੇ ਨੇ। ਵਿਕਾਸ ਦੇ ਘਰ ਵਾਲੇ ਕਹਿ ਰਹੇ ਨੇ? ਵਿਕਾਸ ਦੇ ਘਰ ਵਾਲੇ। ਮਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡਾ ਬੇਟਾ ਸੀ, ਜ਼ਾਰਾ ਬੇਟੇ ਮਾਵਾਂ ਨੂੰ ਪਿਆਰੇ ਹੁੰਦੇ ਨੇ। ਬਹੁਤ ਪਿਆਰ ਕਰਦਾ ਸੀ ਮੇਰੇ ਨਾਲ ਤੇ ਬਹੁਤ ਸਾਰਿਆਂ ਨਾਲ ਬਹੁਤ ਪਿਆਰ ਕਰਦਾ। ਪਿਓ ਨਾਲ ਬਹੁਤ ਪਿੱਛੇ ਜਿਹੇ ਅਸੀਂ ਸ਼ਾਦੀ ਕੀਤੀ, ਇੰਨਾ ਖੁਸ਼ ਸੀ ਬਹੁਤ ਜ਼ਿਆਦਾ। ਹੋਰ ਵੀ ਕੋਈ ਵਜ੍ਹਾ ਤੁਹਾਨੂੰ ਲੱਗਦੀ ਹੈ? ਕੋਈ ਕਿਸੇ ਕਿਸਮ ਦਾ ਕੋਈ ਲੜਕੀ ਦੇ ਨਾਲ ਕਿਸੇ ਕਿਸਮ ਦਾ ਕੋਈ ਇਹਨਾਂ ਦਾ ਕੋਈ ਚੱਕਰ ਹੋਏ ਜਿਸ ਵਜ੍ਹਾ ਤੋਂ ਇਹ ਸਾਰਾ ਕੰਮ ਹੋਇਆ? ਸਾਨੂੰ ਨਹੀਂ ਪਤਾ, ਸਾਨੂੰ ਕਿਸੇ ਕਿਸਮ ਦਾ ਇਲਮ ਹੀ ਨਹੀਂ ਵੀ ਕੋਈ ਚੱਕਰ ਇਹਨਾਂ ਦਾ ਕੀ ਹੈ ਕੀ ਨਹੀਂ। ਉਸ ਦਿਨ ਤੁਹਾਡੇ ਨਾਲ ਕੋਈ ਆਖਰੀ ਗੱਲ ਹੋਈ ਹੋਏ, ਕੋਈ ਬੇਟੇ ਨੇ ਤੁਹਾਨੂੰ ਕਿਹਾ ਹੈ ਕਿ ਮਾਂ ਕੋਈ ਇਹੋ ਜਿਹਾ ਕੰਮ ਹੋ ਸਕਦਾ ਹੈ ਜਾਂ ਹੋਣੇ ਵਾਲਾ ਹੈ? ਗੱਲ ਹੀ ਨਹੀਂ ਕੀਤੀ ਉਹਨੇ ਮੇਰੇ ਨਾਲ। ਜੇ ਲੜਕੀ ਦਾ ਕੰਮ ਹੁੰਦਾ ਨਾ ਤੇ ਬੇਟੇ ਮੇਰੇ ਮੈਂ ਉਹਨੂੰ ਪੁੱਛਿਆ ਸੀ ਕਿ ਬੇਟਾ ਮਗਰ ਅਸੀਂ ਯਾਰ ਤੇਰਾ ਰਿਸ਼ਤਾ ਵੇਖਣ ਜਾਣਾ ਤੇ ਤੂੰ ਬਾਹਰ ਜਾ ਰਿਹਾ ਤੂੰ, ਤੇ ਕਹਿੰਦਾ ਅੱਬੂ ਤੁਸੀਂ ਦੇਖ ਕੇ ਉਹ ਰਿਸ਼ਤਾ ਤੇ ਮੈਂ ਬਾਹਰੋਂ ਆ ਕੇ ਤੇ ਫੌਰਨ ਆਵਾਂਗਾ ਤੇ ਮੈਂ ਕਿ ਸ਼ਾਦੀ ਕਰ ਲਾਂਗਾ। ਅਗਰ ਕੋਈ ਲੜਕੀ ਦਾ ਕੰਮ ਹੁੰਦਾ ਤੇ ਫਿਰ ਉਹਨੇ ਸਾਨੂੰ ਦੱਸਦਾ ਕਿ ਮੈਂ ਨਹੀਂ ਅੱਬੂ ਵਿਆਹ ਕਰਾਣਾ। ਅੱਛਾ, ਤੁਸੀਂ ਵੀ ਹੁਣ 302 ਦਾ ਮੁਕੱਦਮਾ ਆਪਣੇ ਬੇਟੇ ਦਾ ਦਰਜ ਕਰਵਾਇਆ ਹੈ,
ਤੁਸੀਂ ਕਿਹਨੂੰ ਗ੍ਰਿਫਤਾਰ ਕਰਵਾਇਆ ਜੇ ਕੋਈ ਤੁਹਾਨੂੰ ਕੋਈ ਸ਼ੱਕ ਹੈ ਕਿ ਜੀ ਸਾਡੇ ਬੇਟੇ ਨੂੰ ਕਤਲ ਕਰਵਾਉਣ ਦੇ ਵਿੱਚ ਇਹਦਾ ਹੱਥ ਹੋ ਸਕਦਾ ਹੈ? ਯਾਸਰ ਨੇ ਮੇਰੇ ਬੇਟੇ ਨੂੰ ਮਾਰਿਆ। ਨਾਸਰ, ਇਹ ਕੌਣ ਹੈ ਨਾਸਰ? ਨਾਸਰ ਉਹਦਾ ਸਾਲਾ ਹੈ, ਉਹਦਾ ਭਣਵਈਆ ਹੈ, ਵਕਾਸ ਦਾ ਬਹਿਨ ਹੋਈ ਹੈ। ਕਾਸ ਦਾ ਬਣਵਾਈ ਹੈ। ਉਹਨੇ ਬੇਟੇ ਮੇਰੇ ਨੂੰ ਆ ਕੇ ਮਾਰਿਆ, ਉਹਦੀ ਬੀਵੀ ਨੇ ਵੀ ਮਾਰਿਆ ਔਰ ਬੇਟੇ ਮੇਰੇ ਨੂੰ ਉਹਨੇ ਵੀ ਮਾਰਿਆ। ਉਹਦਾ ਜਿਹੜਾ ਭਰਾ ਹੈ ਉਹਨੇ ਵੀ ਮਾਰਿਆ ਬੇਟੇ ਮੇਰੇ ਨੂੰ। ਤੁਹਾਨੂੰ ਕਿਤੇ ਇਹ ਤੇ ਨਹੀਂ ਲੱਗਦਾ ਕਿ ਜੀ ਵਕਾਸ ਨੂੰ ਵੀ ਨਾਸਰ ਨੇ ਕਤਲ ਕਰਕੇ ਤੇ ਇਹ ਸਾਰਾ ਉਹ ਖੇਲ ਰਚਾਇਆ ਹੋਏ, ਕੋਈ ਐਸੀ ਚੀਜ਼ ਉਹਦੇ ਕੋਲ ਹੋਏ ਕਿ ਦਾਨਿਆਲ ਨੇ ਵੀ ਖੁਦਕਸ਼ੀ ਕਰ ਲਈ? ਹਾਂਜੀ ਹੋ ਸਕਦਾ ਜੀ, ਹੋ ਸਕਦਾ ਕਿ ਮਗੇ ਇਹ ਦੋਵਾਂ ਦੇ ਮਗੇ ਇਹਨੇ ਕੰਮ ਕੀਤਾ ਹੋਵੇ। ਤੁਹਾਡਾ ਬੇਟਾ ਜਿਹੜਾ ਹਵਾਲਾਤ ਵਿੱਚ ਬੰਦ ਹੈਗਾ ਉਹਦਾ ਕੀ ਗੁਨਾਹ ਹੈ? ਉਹਦਾ ਕੋਈ ਗੁਨਾਹ ਨਹੀਂਗਾ, ਉਹਦਾ ਬੇਕਸੂਰ ਉਹਦੀ ਭੈਣ ਨੇ ਨਾਂ ਲਿਆ ਕਿ ਇਹ ਵੀ ਵਿੱਚ ਮੁਲਵਸ ਹੈ। ਯਾਨੀ ਕਿ ਸਾਰੇ ਮਾਮਲੇ ਦੇ ਵਿੱਚ ਬਿਲਾਵਲ ਦਾ ਕੋਈ ਹੱਥ ਨਹੀਂ ਹੈ, ਹਾਂਜੀ, ਉਹਨੂੰ ਬਿਲਾ ਵਜ੍ਹਾ ਫਸਾਇਆ ਜਾ ਰਿਹਾ। ਬਿਲਾ ਵਜ੍ਹਾ ਤੁਸੀਂ ਕੀ ਚਾਹੁੰਦੇ ਹੋ ਕਿ ਇਨਸਾਫ ਹੋਣਾ ਚਾਹੀਦਾ? ਸਾਡੇ ਨਾਲ ਇਨਸਾਫ ਹੋਵੇ ਕਿ ਬੇਟਾ ਮੇਰਾ ਬਾਹਰ ਆ ਜਾਵੇ। ਕੋਈ ਬੇਟੇ ਮੈਨੂੰ ਨਜਾਇਜ਼ ਫਸਾਇਆ ਜਾ ਰਿਹਾ। ਬੇਟੇ ਮੇਰੇ ਨੇ ਪਰਚਾ ਕਰਾ ਦਿੱਤਾ 302 ਦਾ। ਮੈਂ ਕਿਹਾ ਇੱਕ ਤੇ ਫੜੀਕ ਚਲਾ ਗਿਆ ਤੇ ਇੱਕ ਤੇ ਸਾਡੇ ਕੋਲ ਆ ਜਾਵੇ। जी बिल्कुल जी, उम्मीद करते हैं कि इस सारे मामले की जो है वो मेरिट पर अगर तफ्तीश की जाएगी तो हकीकत सामने आ जाएगी। इसमें ये बिल्कुल भी कतई तौर पर मैं ऐसा नहीं समझूंगा, ना मैं समझ सकता हूँ कि इस सारे मामले के पीछे सिर्फ़ और सिर्फ चंद पैसों का मामला हो सकता है। कोई बड़ी वजह इसके पीछे ज़रूर है, जिस वजह से दो नौजवान लड़कों ने एक दूसरे को कत्ल किया या एक को किसी ने कत्ल करके दूसरे को मजबूर किया। ये सारे मामला की हकीकत सामने आनी चाहिए। हम इंशाल्लाह इस स्टोरी का फॉलोअप आपके साथ ज़रूर शेयर करेंगे कि हकीकत थी क्या, और ये भी पुलिस से ये अपील करेंगे, इल्तिजा करेंगे कि अगर वो लड़का जिसको सिर्फ़ और सिर्फ बेगुनाह आपने अरेस्ट किया हुआ है, अगर वो बेगुनाह है तो प्लीज़ उसे छोड़ दें, और हकीकत पर जो भी फ़ैसला हो या जो भी तफ्तीश में आपके सामने शवाहिद इकट्ठे हों तो उसके मुताबिक जो कार्रवाई बनती है वो आप कीजिएगा। इसी के साथ इजाज़त चाहूँगा। अल्लाह जी।